ਜਿਹੜੇ ਇਹ ਪੁਰਾਣੀ ਪਾਰਟੀ ਕਹਿ ਲਈਏ ਜਾਂ ਵੱਡੇ ਲੀਡਰ ਕਹਿ ਲਈਏ ਕਿੰਨੇ ਬਣਾਏ ਆ? ਲੋਕਾਂ ਨੇ ਬਣਾਏ ਆ। ਤੇ ਜੇ ਭਾਵੇਂ ਅਸੀਂ ਨਵੇਂ ਸਾਂ, ਲੋਕਾਂ ਨੇ ਇਹਨਾਂ ਨੂੰ ਜਿਤਾਉਂਦੇ ਰਹੇ, ਲੋਕ ਹੀ ਇਹਨਾਂ ਨੂੰ ਪੁਰਾਣੇ ਬਣਾਏ ਆ ਤੇ ਸਾਨੂੰ ਵੀ ਪੁਰਾਣਿਆਂ ਲੋਕਾਂ ਨੇ ਹੀ ਬਣਾਉਣਾ। ਜੇ ਦਿੱਲੀ ਐਮਸੀਡੀ ਦੇ ਵਿੱਚ ਜਿੱਤ ਹੋਈ ਆ ਤੇ ਇੱਕ ਵੱਡੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਕਿ ਮੈਂ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਆ, ਵੱਡੀ ਪਾਰਟੀ ਦੀ ਹਾਰ ਹੋਈ ਤੇ ਜਿਹੜੇ ਨਵੇਂ ਨੇ ਛੋਟੀ ਪਾਰਟੀ ਆ ਉਹਨਾਂ ਦੀ ਲੋਕਾਂ ਨੇ ਜਿੱਤ ਕਰਾਈ ਤੇ ਉਹਨੂੰ ਜਿੱਤਣ ਤੋਂ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਜਿਹੜੀ ਐਮਸੀਡੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ, ਜਿਹੜੇ ਕੂੜੇ ਦੇ ਵੱਡੇ ਵੱਡੇ ਪਹਾੜ ਲੱਗੇ ਆ, ਦਿੱਲੀ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਆ ਜਾਂ ਸੜਕਾਂ ਦੇ ਉੱਤੇ ਗੰਦਗੀ ਪਈ ਆ, ਉਹ ਜੋ ਅਰਵਿੰਦ ਕੇਜਰੀਵਾਲ ਜੀ ਨੇ ਵਾਅਦੇ ਕੀਤੇ ਆ, ਗਰੰਟੀਆਂ ਦਿੱਤੀਆਂ, ਉਹ ਸਾਰਾ ਕੁਝ ਸਫਾਈ ਹੋਵੇਗੀ। ਕਹਿੰਦੇ ਦੂਜੇ ਮਨੀਸ਼ ਸਿਸੋਦੀਆ ਦੀ ਗੱਲ ਹੁੰਦੀ ਸੀ, ਉਹਦੀ ਕਹਿੰਦੇ ਸੀ ਆਹ ਦੇਖੋ ਠੱਗੀ ਮਾਰ ਲਈ ਇਹਨਾਂ ਨੇ। ਕਹਿੰਦੇ ਉਹ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਜਿਹੜੇ ਲੋਕ ਪੁੱਛਦੇ ਸੀ। ਵੇਖੋ ਜਿਹੜੇ ਠੱਗੀਆਂ ਵਾਲੀ ਗੱਲ ਕਰਦੇ, ਜੇ ਕੋਈ ਠੱਗੀ ਹੈਗੀ ਤੇ ਕਿਉਂ ਨਹੀਂ FIR ਦਰਜ ਕੀਤੀ, ਕਿਉਂ ਨਹੀਂ ਕਾਨੂੰਨੀ ਕਾਰਵਾਈ ਕੀਤੀ? ਸਰਕਾਰ ਤੇ BJP ਦੀ ਆ ਨਾ ਉੱਤੇ, ਇੱਕ ED ਇਹਨਾਂ ਦੀ, ਸਾਰੀਆਂ ਪੁਲਿਸ ਪ੍ਰਸ਼ਾਸਨ ਉੱਥੇ ਦਿੱਲੀ ਦੇ ਵਿੱਚ ਇਹਨਾਂ ਦਾ, ਇੰਟੈਲੀਜੈਂਸ ਇਹਨਾਂ ਦੀ, ਸਾਰਾ ਕੁਝ, ਫਿਰ ਕਿਉਂ ਨਹੀਂ ਕਾਰਵਾਈ ਕੀਤੀ? ਬਿਲਕੁਲ BJP ਵੀ ਜਿੱਤ ਹੋ ਗਈ। ਕਾਂਗਰਸ ਵੀ ਜਿਹੜੀ ਕਹਿੰਦੀ ਸੀ ਕਿ ਵਿਧਾਨ ਸਭਾ ਦੇ ਵਿੱਚ ਜਿੱਤ ਆਮ ਆਦਮੀ ਪਾਰਟੀ ਦੀ ਹੁੰਦੀ ਆ, ਲੋਕ ਸਭਾ ਤੇ MCD ਦੇ ਵਿੱਚ BJP ਜਿੱਤਦੀ ਆ। ਵੇਖੋ ਲੋਕਾਂ ਨੇ ਜਿਹਨੂੰ ਫਤਵਾ ਦੇਣਾ ਉਸੇ ਨੇ ਜਿੱਤਣਾ ਵਾ, ਤੇ ਲੋਕਾਂ ਨੇ ਇਸ ਵਾਰ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ MCD ਦੇ ਵਿੱਚ ਬਹੁਮਤ ਨਾਲ ਜਿੱਤੀ ਆ, ਮੇਅਰ ਬਣ ਜਾ ਰਿਹਾ। ਵੇਖੋ ਅਫਸਰ ਆਪ ਦੱਸਦੇ ਆ ਤੇ ਆਪਾਂ ਨੂੰ ਵੀ ਪਤਾ ਲੱਗਦਾ ਜਦੋਂ ਆਪਾਂ ਦਫ਼ਤਰਾਂ ਦੇ ਵਿੱਚ ਆਪਾਂ ਖੁਦ ਜਾਂਦੇ, ਆਪਾਂ ਵੀ ਆਮ ਇਨਸਾਨ ਹੀ ਆ। ਜੇ ਕਿਤੇ ਰਜਿਸਟਰੀ ਕਰਾਉਣ ਜਾਣਾ, ਤਹਿਸੀਲਦਾਰ ਨੇ ਪੈਸੇ ਲੈਣ ਤੋਂ ਬਿਨਾਂ ਰਜਿਸਟਰੀ ਨਾ ਕਰਨੀ ਤੇ ਅੱਜ ਰਜਿਸਟਰੀਆਂ ਫ੍ਰੀ ਚ ਹੋ ਰਹੀਆਂ। ਸਤਿ ਸ਼੍ਰੀ ਅਕਾਲ। ਦਿੱਲੀ ਦੇ ਵਿੱਚ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਉਹ ਸਨਮਾਰੀ ਕਰਤੀ ਕਿ ਜਿਹੜੀ ਲੱਗਦਾ ਸੀ ਕਿ ਕਈ ਸਾਲਾਂ ਦੀ ਲਗਾਤਾਰ BJP ਦਾ ਕਬਜ਼ਾ ਸੀ। ਲਾਲਜੀਤ ਭੁੱਲਰ ਨੇ, ਭੁੱਲਰ ਸਾਹਿਬ ਸਾਰੇ ਕਹਿੰਦੇ ਸੀਗੇ ਵੀ ਨਵੇਂ ਆਏ ਨੇ ਕੀ ਕਰਨਗੇ, ਪਹਿਲਾਂ ਪੰਜਾਬ ਫਤਿਹ ਕਰਿਆ, ਉਦੋਂ ਬਾਅਦ ਦੇ ਵਿੱਚ MCD ਵਾਲੀ ਗੱਲ ਜੇ ਕਹੀਏ ਕਿ ਵੱਡੀ ਸੀ ਕਿਉਂਕਿ ਭਾਜਪਾ ਦਾ ਉੱਥੇ ਮਜ਼ਬੂਤ ਕਬਜ਼ਾ ਤੇ ਦਿੱਲੀ ਦਾ ਅਧਿਕਾਰ ਅੱਧੇ ਤੋਂ ਜ਼ਿਆਦਾ ਜੇ ਕਹੀਏ ਸੈਂਟਰ ਕੋਲ ਹੀ ਹੁੰਦਾ। ਬਿਲਕੁਲ। ਵੇਖੋ ਜਿਹੜੇ ਇਹ ਪੁਰਾਣੀ ਪਾਰਟੀ ਕਹਿ ਲਈਏ ਜਾਂ ਵੱਡੇ ਲੀਡਰ ਕਹਿ ਲਈਏ ਕਿੰਨੇ ਬਣਾਏ ਆ? ਲੋਕਾਂ ਨੇ ਬਣਾਏ ਆ। ਤੇ ਜੇ ਭਾਵੇਂ ਅਸੀਂ ਨਵੇਂ ਸਾਂ, ਲੋਕਾਂ ਨੇ ਇਹਨਾਂ ਨੂੰ ਜਿਤਾਉਂਦੇ ਰਹੇ, ਲੋਕ ਹੀ ਇਹਨਾਂ ਨੂੰ ਪੁਰਾਣੇ ਬਣਾਏ ਆ ਤੇ ਸਾਨੂੰ ਵੀ ਪੁਰਾਣਿਆਂ ਲੋਕਾਂ ਨੇ ਹੀ ਬਣਾਉਣਾ। ਜੇ ਦਿੱਲੀ MCD ਦੇ ਵਿੱਚ ਜਿੱਤ ਹੋਈ ਆ ਤੇ ਇੱਕ ਵੱਡੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਕਿ ਮੈਂ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਆ, ਵੱਡੀ ਪਾਰਟੀ ਦੀ ਹਾਰ ਹੋਈ ਤੇ ਜਿਹੜੇ ਨਵੇਂ ਨੇ ਛੋਟੀ ਪਾਰਟੀ ਆ ਉਹਨਾਂ ਦੀ ਲੋਕਾਂ ਨੇ ਜਿੱਤ ਕਰਾਈ। ਇਹ ਵੇਖੋ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਲੋਕਾਂ ਦਾ ਸਾਥ ਹੋਵੇ ਤੇ ਉਹਨੂੰ ਜਿੱਤਣ ਤੋਂ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਜਿਹੜੀ MCD ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ, ਜਿਹੜੇ ਕੂੜੇ ਦੇ ਵੱਡੇ ਵੱਡੇ ਪਹਾੜ ਲੱਗੇ ਆ, ਦਿੱਲੀ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਆ ਜਾਂ ਸੜਕਾਂ ਦੇ ਉੱਤੇ ਗੰਦਗੀ ਪਈ ਆ, ਉਹ ਜੋ ਅਰਵਿੰਦ ਕੇਜਰੀਵਾਲ ਜੀ ਨੇ ਵਾਅਦੇ ਕੀਤੇ ਆ, ਗਰੰਟੀਆਂ ਦਿੱਤੀਆਂ, ਉਹ ਸਾਰਾ ਕੁਝ ਸਫਾਈ ਹੋਵੇਗੀ। ਤੇ ਜੇ MCD ਦੇ ਵਿੱਚ ਆਪਾਂ ਗੱਲ ਕਰ ਲਈਏ BJP ਦੇ ਕੌਂਸਲਰਾਂ ਦੀ, ਜਦੋਂ ਵੀ ਕੋਈ ਆਪਦੇ ਕੰਮਕਾਰ ਨੂੰ ਆਉਂਦਾ ਸੀ ਤੇ ਕਰਪਸ਼ਨ ਤੋਂ ਸਵਾ BJP ਦੇ ਕੌਂਸਲਰਾਂ ਨੂੰ ਹੋਰ ਕੁਝ ਨਹੀਂ ਸੀ ਸੋਚਦਾ। ਜਿਹੜਾ ਕੋਈ ਪੈਸੇ ਦਿੰਦਾ ਸੀ ਉਹਦਾ ਕੰਮ ਹੁੰਦਾ, ਦੂਜੇ ਦਾ ਉਸ ਤਰ੍ਹਾਂ ਹੀ ਰਹਿ ਜਾਂਦਾ ਸੀ। ਆ ਤੁਸੀਂ ਹੁਣ ਵੇਖਿਓ ਨਗਰ ਕੌਂਸਲ MCD ਦੇ ਵਿੱਚ ਬਿਲਕੁਲ ਪਾਰਦਰਸ਼ੀ ਕੰਮ ਹੋਣਗੇ, ਬਿਨਾਂ ਕਰਪਸ਼ਨ ਤੋਂ, ਬਿਨਾਂ ਕਿਸੇ ਧੱਕੇਸ਼ਾਹੀ ਤੋਂ ਹਰੇਕ ਦਾ ਕੰਮਕਾਰ ਹੋਵੇਗਾ। ਦਿੱਲੀ 'ਚ ਜਿਹੜੇ ਕੂੜੇ ਦੇ ਪਹਾੜ ਲੱਗੇ ਉਹ ਵੀ ਸਾਫ਼ ਹੋਣਗੇ, ਦਿੱਲੀ ਦੀਆਂ ਸੜਕਾਂ ਰੋਡਾਂ ਸਭ ਸਾਫ਼ ਹੋਣਗੀਆਂ। ਜੋ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਆਪਦੇ ਵੱਡੇ ਪੁੱਤ ਦੇ ਤੌਰ ਤੇ ਮੰਨਿਆ, ਅਰਵਿੰਦ ਕੇਜਰੀਵਾਲ ਜੀ ਆਪਣੇ ਵੱਡੇ ਪੁੱਤ ਹੋਣ ਦਾ ਜੁਮਾ ਜਿਹੜਾ ਉਹ ਨਿਭਾਉਣਗੇ। ਆਪਾਂ ਵੇਖਦੇ ਆ ਨਾ ਵੱਡੇ ਪੁੱਤ ਦੀ ਜ਼ਿੰਮੇਵਾਰੀ, ਵੱਡਾ ਪੁੱਤ ਮਾਪਿਆਂ ਦਾ ਵੀ ਖਿਆਲ ਰੱਖਦਾ, ਆਪਦੇ ਭੈਣਾਂ ਭਰਾਵਾਂ ਦਾ, ਸਾਰੇ ਪਰਿਵਾਰ ਦਾ ਖਿਆਲ ਰੱਖਦਾ। ਉਸੇ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਹ ਤਾਂ ਹੀ ਫਤਵਾ ਦਿੱਤਾ ਅਰਵਿੰਦ ਕੇਜਰੀਵਾਲ ਜੀ ਨੂੰ। ਤੁਸੀਂ ਵੇਖਿਆ ਹੋਣਾ ਕਦੀ ਇਹਨਾਂ ਸਿਆਹੀ ਸੁੱਟਤੀ ਉਹਨਾਂ ਦੇ ਉੱਤੇ, ਕਦੀ ਉਹਨਾਂ ਨੂੰ ਗਾਲਾਂ ਕਢਾਈਆਂ ਕਿਸੇ ਤੋਂ, ਸਤਿੰਦਰ ਜੈਨ ਜੀ ਨੂੰ ਕਿੰਨਾ ਕੁਝ ਕਿਹਾ ਗਿਆ, ਮਨੀਸ਼ ਸਿਸੋਦੀਆ ਜੀ ਦੇ ਉੱਤੇ ਕਿੰਨੇ ਇਲਜ਼ਾਮ ਲਾਏ ਗਏ ਸ਼ਰਾਬ ਨੀਤੀ ਦੇ ਵਿੱਚ, ਹੋਰ ਕਈ। ਤੇ ਲੋਕਾਂ ਨੂੰ ਪਤਾ ਸੀ ਕਿ ਸਾਰਾ ਕੁਝ ਝੂਠਾ ਕੂੜ ਪ੍ਰਚਾਰ ਕਰ ਰਹੀ ਆ BJP। ਗੋਪਾਲ ਰਾਏ ਬੋਲ ਰਹੇ ਸੀ ਦਿੱਲੀ, ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਵੀ ਲੋਕ ਜਦੋਂ ਪੁੱਛਦੇ ਸੀ ਵੀ ਕੂੜੇ ਦਾ ਢੇਰ ਦਾ ਕੀ ਬਣੂਗਾ, ਕਹਿੰਦੇ ਉਹ ਕਹਿੰਦੇ ਸੀ ਵੀ ਕੇਜਰੀਵਾਲ ਦਾ ਦੇਖੋ ਤੁਸੀਂ ਸਕੈਂਡਲ ਕੱਢ ਲੈਂਦਾ। ਕਹਿੰਦੇ ਦੂਜੇ ਮਨੀਸ਼ ਸਿਸੋਦੀਆ ਦੀ ਗੱਲ ਹੁੰਦੀ ਸੀ, ਉਹਦੀ ਕਹਿੰਦੇ ਸੀ ਆਹ ਦੇਖੋ ਠੱਗੀ ਮਾਰ ਲਈ ਇਹਨਾਂ ਨੇ। ਕਹਿੰਦੇ ਉਹ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਜਿਹੜੇ ਲੋਕ ਪੁੱਛਦੇ ਸੀ। ਵੇਖੋ ਜਿਹੜੇ ਠੱਗੀਆਂ ਵਾਲੀ ਗੱਲ ਕਰਦੇ, ਜੇ ਕੋਈ ਠੱਗੀ ਹੈਗੀ ਤੇ ਕਿਉਂ ਨਹੀਂ FIR ਦਰਜ ਕੀਤੀ, ਕਿਉਂ ਨਹੀਂ ਕਾਨੂੰਨੀ ਕਾਰਵਾਈ ਕੀਤੀ? ਸਰਕਾਰ ਤੇ BJP ਦੀ ਆ ਨਾ ਉੱਤੇ, ਇੱਕ ED ਇਹਨਾਂ ਦੀ, ਸਾਰੀਆਂ ਪੁਲਿਸ ਪ੍ਰਸ਼ਾਸਨ ਉੱਥੇ ਦਿੱਲੀ ਦੇ ਵਿੱਚ ਇਹਨਾਂ ਦਾ, ਇੰਟੈਲੀਜੈਂਸ ਇਹਨਾਂ ਦੀ, ਸਾਰਾ ਕੁਝ, ਫਿਰ ਕਿਉਂ ਨਹੀਂ ਕਾਰਵਾਈ ਕੀਤੀ? ਜੇ ਚੀਜ਼ ਹੋਰ ਲੋਕਾਂ ਨੇ ਸਿੱਧ ਕਰਤੀ ਕਿ ਆਖਰਕਾਰ ਸਾਨੂੰ ਸਿਆਸਤ ਨਾਲ ਲੈਣਾ ਦੇਣਾ ਕੁਝ ਨਹੀਂ, ਸਾਡਾ ਹੱਲ ਕੌਣ ਕਰੂਗਾ, ਸਾਡੇ ਮਸਲੇ ਕਿਵੇਂ ਹੱਲ ਹੋਣਗੇ? ਬਿਲਕੁਲ ਮਸਲੇ ਹੱਲ ਹੋਣਗੇ, ਲੋਕਾਂ ਦੇ ਸਾਰੇ ਮਸਲੇ ਹੱਲ ਹੋਣਗੇ। ਆਪਾਂ ਗੱਲ ਜਿਹੜੀ ਕਰਦੇ ਪਏ ਸਾਂ ਮਨੀਸ਼ ਸਿਸੋਦੀਆ ਜੀ ਦੀ, ਮਨੀਸ਼ ਸਿਸੋਦੀਆ ਜੀ ਦੇ ਘਰ ED ਦੀ ਰੇਡ ਮਰਵਾਈ, ਇੱਕ ਪੇਪਰ ਚੈੱਕ ਹੋਇਆ, ਇੱਕ ਕਮਰਾ ਚੈੱਕ ਹੋਇਆ, ਸਾਰਾ ਕੁਝ ਫੋਲਿਆ ਗਿਆ। ਜੇ ਕੁਝ ਹੁੰਦਾ ਤੇ ਨਿਕਲਦਾ, FIR ਨਾ ਦਰਜ ਹੁੰਦੀ। FIR ਦੇ ਵਿੱਚ ਮਨੀਸ਼ ਸਿਸੋਦੀਆ ਜੀ ਦਾ ਕਿਉਂ ਨਹੀਂ ਨਾਂ ਪਾਇਆ? ਕਿਉਂਕਿ ਮਨੀਸ਼ ਸਿਸੋਦੀਆ ਜੀ ਬਿਲਕੁਲ ਸਾਫ਼ ਪਾਕ ਸਨ, ਕੋਈ ਵੀ ਉਹਨਾਂ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈਗੀ।
ਸੀਗੀ। ਤੇ ਜੇ ਆਪਾਂ ਸਤਿੰਦਰ ਜੈਨ ਜੀ ਦੀ ਵੀ ਗੱਲ ਕਰੀਏ, ਧੱਕੇ ਨਾਲ ਉਹਨਾਂ ਤੇ FIR ਦਰਜ ਕਰਕੇ ਅੰਦਰ ਭੇਜਿਆ। ਹੋਰ ਵੀ ਆਪਾਂ ਜਿੰਨੇ ਆਪਣੇ ਲੀਡਰਾਂ ਦੇ ਬਾਰੇ ਕੂੜ ਪ੍ਰਚਾਰ ਕਰਦੇ ਰਹੇ ਆ, ਤੇ ਲੋਕਾਂ ਨੇ ਫਿਰ ਗੁੱਸਾ ਕੱਢ ਕੇ ਵਿਖਾਇਆ ਨਾ। ਲੋਕ ਸਿਆਣੇ ਆ, ਲੋਕ ਸਮਝਦਾਰ ਆ, ਲੋਕਾਂ ਨੂੰ ਤਾਂ ਸਮਝ ਆ ਨਾ ਵੀ ਇਹ BJP ਪ੍ਰੋਪੋਗੰਡੇ ਕਰ ਰਹੀ ਆ। ਪਰ ਇੱਕ ਚੀਜ਼ ਹੋਰ ਵੀ ਸਪਸ਼ਟ ਹੋ ਜਾਊਗੀ ਕਿ ਆਖਰਕਾਰ ਅੱਗੇ ਪਹਿਲਾਂ ਸਵਾਲ ਬਣ ਗਿਆ ਸੀ ਬਾਹਰ, ਕਿਉਂਕਿ ਕਾਂਗਰਸ ਇਹਦਾ ਫਾਇਦਾ ਲੈਂਦੀ ਸੀ ਕਿਤੇ ਨਾ ਕਿਤੇ, ਕਿ ਆਖਰਕਾਰ ਦੇਖੋ ਦਿੱਲੀ ਸਾਰੀ ਕਹਿੰਦੇ ਸਰਕਾਰ ਬਣਾ ਲੈਂਦੇ ਨੇ, MCD ਨੇ ਨਾ ਤੋਂ ਜਿੱਤੀ ਜਾਂਦੀ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਕਿਤੇ ਰਲਮਾ ਮਲਮਾ ਖੇਡ ਖੇਡਦੇ ਨੇ। ਇਸ ਵਾਰ ਤਾਂ ਲੱਗਦਾ ਵੀ BJP ਵੀ ਜਿੱਤ ਕਰਤੀ। ਬਿਲਕੁਲ BJP ਵੀ ਜਿੱਤ ਹੋ ਗਈ। ਕਾਂਗਰਸ ਵੀ ਜਿਹੜੀ ਕਹਿੰਦੀ ਸੀ ਕਿ ਵਿਧਾਨ ਸਭਾ ਦੇ ਵਿੱਚ ਜਿੱਤ ਆਮ ਆਦਮੀ ਪਾਰਟੀ ਦੀ ਹੁੰਦੀ ਆ, ਲੋਕ ਸਭਾ ਤੇ MCD ਦੇ ਵਿੱਚ BJP ਜਿੱਤਦੀ ਆ। ਵੇਖੋ ਲੋਕਾਂ ਨੇ ਜਿਹਨੂੰ ਫਤਵਾ ਦੇਣਾ ਉਸੇ ਨੇ ਜਿੱਤਣਾ ਵਾ, ਤੇ ਲੋਕਾਂ ਨੇ ਇਸ ਵਾਰ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ, ਤੇ ਆਮ ਆਦਮੀ ਪਾਰਟੀ MCD ਦੇ ਵਿੱਚ ਬਹੁਮਤ ਨਾਲ ਜਿੱਤੀ ਆ। ਮੇਅਰ ਬਣ ਜਾ ਰਿਹਾ, ਤੇ ਮੇਅਰ ਬਣਦਿਆਂ ਹੀ ਲੋਕਾਂ ਦੀਆਂ ਜਿਹੜੀਆਂ ਕੰਮਕਾਰ ਨੇ, ਲੋਕਾਂ ਦੀਆਂ ਸਹੂਲਤਾਂ ਉਹ ਦਿੱਤੀਆਂ, ਕਿਉਂਕਿ MCD ਵੀ ਇੱਕ ਹਿਸਾਬ ਦੀ ਵਿਧਾਨ ਸਭਾ ਦੇ ਬਰਾਬਰ ਹੀ ਆ। ਉਹਨੇ ਕੰਮ ਵਿਧਾਨ ਸਭਾ 'ਚ ਹੋਣੇ ਆ, ਉਹਦੇ ਬਰਾਬਰ ਹੀ ਕੰਮ MCD ਦੇ ਵਿੱਚ ਹੋਣੇ। ਲੋਕਾਂ ਦੀਆਂ ਰੋਜ਼ ਰੋਜ਼ਾਨਾ ਦੀਆਂ ਜਿਹੜੀਆਂ ਜ਼ਰੂਰਤਾਂ ਉਹ MCD ਦੇ ਨਾਲ ਸੰਬੰਧਿਤ ਹੀ ਆ। ਕਈ ਅਫਸਰ ਪਰੇਸ਼ਾਨ ਹੋ ਗਏ ਹੋਣੇ, ਜਿਵੇਂ ਤੁਸੀਂ ਕਹਿੰਦੇ ਸੀ ਵੀ ਕਰਪਸ਼ਨ ਖਤਮ ਕਰਾਂਗੇ, ਅਫਸਰਾਂ ਨੂੰ ਲੱਗਦਾ ਵੀ ਝਟਕਾ ਲੱਗੂਗਾ ਉੱਥੇ। ਵੇਖੋ ਮੈਨੂੰ ਲੱਗਦਾ 95% ਅਫਸਰ ਜਿਹੜੇ ਉਹ ਚਾਹੁੰਦੇ ਆ ਰਿਸ਼ਵਤਖੋਰੀ ਖਤਮ ਹੋਵੇ। ਇਹ ਜਿਹੜੇ ਗਲਤ ਕੰਮ ਕਰਦੇ ਆ, ਰਿਸ਼ਵਤਖੋਰੀ ਕਰਦੇ ਆ, ਕਰਪਸ਼ਨ ਕਰਦੇ, ਉਹ 5-7% ਬੰਦੇ ਹੀ ਹੁੰਦੇ ਆ। ਬਹੁਤੇ ਅਫਸਰ ਚਾਹੁੰਦੇ ਆ ਕਿ ਰਿਸ਼ਵਤਖੋਰੀ ਬੰਦ ਹੋਵੇ, ਕਿਉਂਕਿ ਜਿਹੜੀ ਰਿਸ਼ਵਤਖੋਰੀ ਹੁੰਦੀ ਆ ਉਹ ਕਿਤੇ ਨਾ ਕਿਤੇ ਇਹ MLA ਇਹਨਾਂ ਮੰਤਰੀਆਂ ਦੇ ਹਿੱਸੇ ਪੱਤੀਆਂ ਹੁੰਦੇ, ਇਹਨਾਂ ਮਹੀਨੇ ਬੱਧੇ ਹੁੰਦੇ, ਉਹ ਸਾਰਾ ਕੁਝ ਤੇ ਇਕੱਠਾ ਕਰਕੇ ਲੈ ਜਾਂਦੇ ਆ ਇਹਨਾਂ ਦੇ MLA ਮੰਤਰੀ, ਤੇ ਉਹ ਅਫਸਰਾਂ ਕੋਲ ਤੇ ਰਹਿ ਜਾਂਦਾ 10-5 ਪੈਸੇ ਰਹਿ ਜਾਂਦੇ ਆ, ਸਾਰਾ ਕੁਝ ਝੂੰਝ ਕੇ ਉਹਨਾਂ ਲੈ ਜਾਣਾ। ਅਫਸਰ ਵੀ ਚਾਹੁੰਦੇ ਆ ਕਿ ਸਾਫ਼ ਸੁਥਰਾ ਸਹੀ ਪ੍ਰਸ਼ਾਸਨ ਮਿਲੇ, ਕਰਪਸ਼ਨ ਰਹਿਤ ਪ੍ਰਸ਼ਾਸਨ। ਹੋ ਗਿਆ ਲੱਗਦਾ ਪੰਜਾਬ 'ਚ ਚਲਾ ਰਹੇ ਹੋ ਵੀ ਸਿਸਟਮ ਪਹਿਲਾਂ ਦੇ ਐਂ ਵਿਗੜੇ ਹੋਏ ਸੀ। ਵੇਖੋ ਅਫਸਰ ਆਪ ਦੱਸਦੇ ਆ, ਤੇ ਆਪਾਂ ਨੂੰ ਵੀ ਪਤਾ ਲੱਗਦਾ ਜਦੋਂ ਆਪਾਂ ਦਫ਼ਤਰਾਂ ਦੇ ਵਿੱਚ ਆਪਾਂ ਖੁਦ ਜਾਂਦੇ, ਆਪਾਂ ਵੀ ਆਮ ਇਨਸਾਨ ਹੀ ਆ। ਜੇ ਕਿਤੇ ਰਜਿਸਟਰੀ ਕਰਾਉਣ ਜਾਣਾ, ਤਹਿਸੀਲਦਾਰ ਨੇ ਪੈਸੇ ਲੈਣ ਤੋਂ ਬਿਨਾਂ ਰਜਿਸਟਰੀ ਨਾ ਕਰਨੀ, ਤੇ ਅੱਜ ਰਜਿਸਟਰੀਆਂ ਫ੍ਰੀ 'ਚ ਹੋ ਰਹੀਆਂ। ਉਹ ਆਪ ਕਹਿੰਦੇ ਆ ਕਿ ਜਦੋਂ ਆਪਾਂ ਸ਼ਿਕਾਇਤ ਵੀ ਕਰਦੇ ਸਾਂ, ਪਹਿਲਾਂ ਦੀ ਗੱਲ ਕਰੀਏ ਆਪਾਂ ਸਰਕਾਰ ਬੰਦ ਤੋਂ ਪਹਿਲਾਂ, ਆਪਾਂ ਜਦੋਂ ਗੱਲ ਕਰਨੀ ਕਿ ਰਜਿਸਟਰੀ ਕਰੋ ਤੇ ਕਰਪਸ਼ਨ ਦੀ ਮੰਗ ਹੋਣੀ, ਤੇ ਆਪਾਂ ਕਹਿਣਾ ਵੀ ਅਸੀਂ ਫਲਾਣੇ MLA ਨਾਲ ਗੱਲ ਕਰਦੇ, ਉਹਨਾਂ ਕਹਿਣਾ ਕੋਈ ਨਹੀਂ MLA ਨੂੰ ਹੀ ਜਾਣਾ, ਕੋਈ ਗੱਲ ਨਹੀਂ। ਜੇ ਕਿਸੇ ਗੱਲ ਵੀ ਕਰਨੀ, ਸ਼ਿਕਾਇਤ ਵੀ ਲਾਉਣੀ, ਕਿਸੇ ਦੀ ਸੁਣਵਾਈ ਨਾ ਹੋਣੀ। ਅੱਜ ਕਿਸੇ ਦੀ ਰਜਿਸਟਰੀ ਆ ਤੇ 1 ਰੁਪਈਆ ਨਹੀਂ ਲੱਗਦਾ ਤਹਿਸੀਲਦਾਰ ਦੇ ਕੋਲ। ਜੇ ਪਟਵਾਰੀ ਕੋ ਕੰਮ ਜਾਂਦੇ 1 ਰੁਪਈਆ ਨਹੀਂ ਲੱਗਦਾ। ਥਾਣੇ, ਬਿਜਲੀ ਦਫ਼ਤਰ ਕਿਤੇ ਵੀ ਚੱਲ ਜਾਣ, ਕਿਤੇ 1 ਰੁਪਈਆ ਕਰਪਸ਼ਨ ਦਾ ਜੇ ਕੋਈ ਨਾਂ ਲੈਂਦਾ ਤੇ ਉਹਦੇ ਤੇ ਕਾਰਵਾਈ ਹੁੰਦੀ ਆ। ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ BJP ਦੀ ਜਿਹੜੀ MCD ਸੀ, MCD ਦੇ ਵਿੱਚ ਜੇ ਕਿਸੇ ਨੇ ਘਰ ਦਾ ਨਕਸ਼ਾ ਪਾਸ ਕਰਾਉਣਾ, ਨਕਸ਼ਾ ਉਹਦਾ ਪਾਸ ਹੁੰਦਾ ਜਿਹੜਾ BJP ਦੇ ਸੰਬੰਧਿਤ ਕਾਉਂਸਲਰ ਨੂੰ ਰਿਸ਼ਵਤ ਕਰਪਸ਼ਨ ਦੇ ਕੇ ਆਉਂਦਾ ਸੀ, ਉਹ ਤੋਂ ਬਿਨਾਂ ਕਿਸੇ ਦਾ ਨਕਸ਼ਾ ਨਹੀਂ ਪਾਸ ਹੁੰਦਾ। ਆ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੱਸਣਗੇ, ਆਪਦੇ ਮੂੰਹੋਂ ਦੱਸਣਗੇ ਵੀ ਹੁਣ ਕਰਪਸ਼ਨ ਹੈਗੀ ਆ ਕਿ ਖਤਮ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਸੁੱਖ ਸਹੂਲਤਾਂ, ਲੋਕਾਂ ਦੇ ਕੰਮ ਜਿਹੜੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਰਹਿਤ ਹੋਣਗੇ। ਕਾਂਗਰਸ ਕਿੱਥੇ ਗਈ ਫਿਰ? ਚਲੋ ਉਹਦੀ ਵੀ ਗੱਲ ਕਰ ਲਈਏ। ਹੁਣ BJP ਬਹੁਤ ਹੋ ਗਈ। ਕਾਂਗਰਸ ਕਿੱਥੇ ਗਈ? ਕਾਂਗਰਸ ਸਾਰੇ ਪਾਸਿਓਂ ਕਿਉਂ ਐ ਹੁੰਦਾ ਜਾਂਦਾ? ਇੱਕ ਪਾਸੇ ਤਾਂ ਰਾਹੁਲ ਗਾਂਧੀ ਐਡੀ ਵੱਡੀ ਯਾਤਰਾ ਕੱਢੀ ਜਾਂਦੇ ਨੇ, ਲੋਕਾਂ ਨੂੰ ਜੋੜੀ ਜਾਂਦੇ ਨੇ। ਵੇਖੋ ਕਾਂਗਰਸ ਤੇ BJP ਦੋਵੇਂ A ਤੇ B ਟੀਮ ਆ। ਜੇ ਆਪਾਂ ਗੱਲ ਗੁਜਰਾਤ ਦੀ ਤੇ ਹਿਮਾਚਲ ਦੀ ਕਰੀਏ, ਇਲੈਕਸ਼ਨ ਦੇ ਦੌਰ 'ਚ ਹਰੇਕ ਵਰਕਰ ਨੇ, ਲੀਡਰ ਨੇ, ਆਗੂ ਨੇ ਜ਼ੋਰ ਲਾਇਆ ਸਿਰ ਤੋਂ ਲੈ ਕੇ ਪੈਰਾਂ ਤੱਕ ਕਿ ਸਾਡੀ ਪਾਰਟੀ ਦੇ MLA ਜਿੱਤ ਜਾਣ, ਸਾਡੀ ਵਿਧਾਨ ਸਭਾ ਦੇ ਵਿੱਚ ਜਿੱਤ ਹੋ ਜੇ। ਕਾਂਗਰਸ ਦਾ ਇੱਕ ਵੀ ਲੀਡਰ ਨਾ ਤੇ ਹਿਮਾਚਲ ਦੇ ਵਿੱਚ ਦਿਸਿਆ। ਰਾਹੁਲ ਗਾਂਧੀ ਜੀ ਨਾ ਹਿਮਾਚਲ ਗਏ ਤੇ ਨਾ ਗਏ ਗੁਜਰਾਤ ਦੇ ਵਿੱਚ। ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਆ, ਚਲੋ ਕੀਤੀ ਆ, ਪਰ ਜਿੱਥੇ ਸਾਡੀ ਪਾਰਟੀ ਇਲੈਕਸ਼ਨ ਲੜ ਰਹੀ ਆ, ਪਿਛਲੀ ਵਾਰ ਗੁਜਰਾਤ ਦੇ ਵਿੱਚ 77 ਸੀਟਾਂ ਆਈਆਂ ਕਾਂਗਰਸ ਨੂੰ। ਵੱਡੀ ਜਿੱਤ, ਮੈਂ ਕਹੂੰਗਾ ਜਿੱਤ ਦੇ ਨੇੜੇ ਪਹੁੰਚ ਗਏ, ਥੋੜਾ ਹੀ ਪਿੱਛੇ ਰਹਿ ਗਏ। ਤੇ ਜੇ ਇਹ ਉੱਥੇ ਜਾ ਕੇ ਚੋਣ ਪ੍ਰਚਾਰ ਕਰਦੇ, ਕੁਝ ਨਾ ਕੁਝ ਇਹ ਵੀ ਵੋਟ ਬੈਂਕ ਲੈ ਕੇ ਜਾਂਦੇ। ਇਹਨਾਂ ਦੀ ਕਿਤੇ ਨਾ ਕਿਤੇ ਇਹ ਸੋਚ ਆ ਕਿ ਆਮ ਆਦਮੀ ਪਾਰਟੀ ਤੇ BJP ਦੀ ਟੱਕਰ ਆ, ਤੇ ਜੇ ਕਾਂਗਰਸ ਵਿੱਚੋਂ ਵੋਟਾਂ, ਕੁਝ ਸ਼ੇਅਰ ਬੈਂਕ ਲੈ ਗਈ ਵੋਟਾਂ ਦਾ, ਤੇ ਕਿਤੇ ਆਮ ਆਦਮੀ ਪਾਰਟੀ ਦੀ ਜਿੱਤ ਨਾ ਹੋ ਜੇ। ਇਹਨਾਂ ਦੀ ਇੱਕੋ ਸੋਚ ਆ ਵੀ ਆਮ ਆਦਮੀ ਪਾਰਟੀ ਨਹੀਂ ਜਿੱਤਣੀ ਚਾਹੀਦੀ, BJP ਜਿੱਤੇ ਕੋਈ ਗੱਲ ਨਹੀਂ, ਉਹ ਸਾਡੀ ਹੀ ਆ। ਤੇ ਜੇ ਆਮ ਆਦਮੀ ਪਾਰਟੀ ਆ ਗਈ ਤੇ ਫਿਰ ਸਮਝੋ ਸਾਡਾ ਘੋਗਾ ਚਿੱਤ। ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੋਕ ਦਿਲਾਂ ਦੇ ਵਿੱਚ ਬਣਾ ਕੇ ਬੈਠ ਕੇ ਅਰਵਿੰਦ ਕੇਜਰੀਵਾਲ ਜੀ ਨੂੰ, ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣਾ ਨਾਇਕ ਮੰਨ ਕੇ ਬਹਿ ਗਏ ਆ। ਤੇ 2024 ਦੇ ਵਿੱਚ ਲੋਕ ਬਸ ਵੇਟ ਕਰ ਰਹੇ ਆ। 2024 ਦੇ ਵਿੱਚ ਜੇ ਅੱਜ ਇਲੈਕਸ਼ਨ ਹੋਏ, ਅੱਜ ਲੋਕ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ। ਤੇ ਕੁਝ ਮਹੀਨਿਆਂ ਦੀ ਜਿਹੜੀ ਦੇਰ ਰਹਿ ਗਈ ਆ, ਲੋਕ ਤੁਹਾਨੂੰ ਦੱਸ ਦੇਣਗੇ ਵੀ ਵਾਕਈ ਕੌਣ ਨਾਇਕ ਆ, ਕੌਣ ਅਸਲ ਭਾਰਤ ਦਾ ਹੀਰੋ ਆ। ਲੋਕ ਤਿਆਰ ਬੈਠੇ ਆ ਭਾਰਤ ਦਾ PM ਬਣਾਉਣ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ। ਪੰਜਾਬ ਵਾਲਾ ਵੀ ਦੱਸ ਦੋ, ਕਹਿੰਦੇ ਗੋਡੀ ਬਰਾੜ ਲਿਆਉਂਦੇ ਨੇ, BJP ਵਾਲੇ ਤੰਜ ਕਸੀ ਜਾਂਦੇ ਨੇ। ਵੇਖੋ ਜਿੰਨੇ ਵੀ ਗਲਤ ਕੀਤਾ ਪੰਜਾਬ ਦੇ ਲੋਕਾਂ ਨਾਲ, ਭਾਵੇਂ ਕੋਈ ਵੀ ਆ, ਗੈਂਗਸਟਰਵਾਦ ਆ, ਜੋ ਵੀ ਆ, ਉਹਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ। ਹਰੇਕ ਤੇ ਕਾਨੂੰਨੀ ਕਾਰਵਾਈ ਹੋਊਗੀ, ਜੋ ਕਾਨੂੰਨ ਨੂੰ ਹੱਥ ਲਵੇਗਾ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਬਹੁਤ ਬਹੁਤ ਧੰਨਵਾਦ। ਤੇ ਲਾਲਜੀਤ ਭੁੱਲਰ ਸੀਗੇ, ਉਹ ਕਹਿੰਦੇ ਕਿ ਆਖਰਕਾਰ ਕਰਪਸ਼ਨ ਖਤਮ ਕਰਾਂਗੇ, ਅਫਸਰ ਖੁਦ ਚਾਹੁੰਦੇ ਨੇਗੇ, ਤੇ ਲੋਕਾਂ ਦਾ ਸੁਪਨਾ ਵੀ ਇਹੀ ਹੈ, ਤੇ ਉਸ ਚੀਜ਼ ਨੂੰ ਲੈ ਕੇ ਹੀ ਸਾਡੀ ਹੈ ਜਿਹੜੀ ਉਹ ਜਿੱਤੇ ਹੋਈ ਹੈਗੀ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸੁਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।